ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਤੁਹਾਡੇ ਲਈ ਪ੍ਰੈਕਟੀਕਲ ਟੈਸਟ ਦੀ ਐਪ ਤੋਂ ਆਪਾਂ ਇੱਕ ਹੋਰ ਟੈਸਟ ਲੈ ਕੇ ਆਏ ਹਾਂ। ਤੇ ਟੈਸਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਕੋਲ ਕੁਝ ਕੁਐਸਚਨਸ ਆਏ ਸੀਗੇ ਵੀਡੀਓਜ਼ ਦੇ ਥੱਲੇ, ਤਾਂ ਮੈਂ ਉਹਨਾਂ ਦਾ ਆਨਸਰ ਕਰਨਾ ਚਾਹਾਂਗਾ। ਤੇ ਜੀ ਦੇਖ ਲੈਂਦੇ ਹਾਂ। ਅਮਰਵੀਰ ਸਿੰਘ ਜੀ ਦਾ ਕੁਐਸਚਨ ਸੀਗਾ, ਵੀਰ ਜੀ ਤੁਸੀਂ ਕਿੰਨੇ ਟੈਸਟ YouTube 'ਤੇ ਅਪਲੋਡ ਕੀਤੇ ਨੇ? ਤਾਂ ਉਹਦਾ ਆਨਸਰ ਹੈ ਜੀ, ਹੁਣ ਤੱਕ 16 ਟੈਸਟ ਅਪਲੋਡ ਹੋ ਚੁੱਕੇ ਆ ਤੇ ਇੱਕ ਦੋ ਦਿਨਾਂ ਵਿੱਚ 17ਵਾਂ ਵੀ ਅਪਲੋਡ ਕਰ ਦਿੱਤਾ ਜਾਵੇਗਾ ਜੀ। ਠੀਕ ਹੈ ਜੀ। ਨੈਕਸਟ ਕੁਐਸਚਨ ਦਵਿੰਦਰ ਸਿੰਘ ਜੀ ਦਾ ਹੈ। ਸਤਿ ਸ਼੍ਰੀ ਅਕਾਲ ਭਾਅ ਜੀ, ਘਰ ਜਦੋਂ ਪ੍ਰੈਕਟਿਸ ਕਰਦੇ ਹਾਂ ਤਾਂ 24 ਕੁਐਸਚਨ ਸਹੀ ਹੁੰਦੇ ਆ ਐਵਰੇਜ, ਕਿੱਦਾਂ ਕਰੀਏ? ਪੇਪਰ ਦੇ ਦਈਏ ਜਾਂ ਅਜੇ ਹੋਰ ਸਟੱਡੀ ਕਰ ਲਈਏ? ਵੈਸੇ 70-80 ਲੈਸਨ ਕਰ ਲਏ ਆ ਜੀ। ਤਾਂ ਮੈਂ ਇਹਦੇ ਬਾਰੇ ਕਹਿਣਾ ਚਾਹਾਂਗਾ ਜੀ ਕਿ ਅਗਰ ਤੁਹਾਡੇ ਜਦੋਂ ਤੁਸੀਂ ਕਰੇ ਹੈਗੇ ਹੋ, ਟੈਸਟ ਕਰ ਰਹੇ ਹੋ, ਅਗਰ 24-25 ਕੁਐਸਚਨ ਠੀਕ ਹੀ ਹੋ ਰਹੇ ਆ ਤਾਂ ਤੁਸੀਂ ਕਦੀ ਵੀ ਟੈਸਟ ਨਾ ਦਿਓ ਜੀ। ਤੁਹਾਡੇ ਐਟਲੀਸਟ ਘਰੇ ਤਾਂ ਜਿਹੜੇ 29 ਜਾਂ 30 ਹੀ ਕੁਐਸਚਨ ਸਹੀ ਹੋਣੇ ਚਾਹੀਦੇ ਆ, ਫਿਰ ਹੀ ਤੁਸੀਂ ਟੈਸਟ ਦੇਣ ਲਈ ਜਾਓ ਜੀ। ਠੀਕ ਹੈ ਜੀ। ਇਹ ਬਾਕੀ ਸਟੂਡੈਂਟ ਲਈ ਵੀ ਇੱਕ ਸੁਜੈਸ਼ਨ ਹੈਗਾ ਜੀ ਕਿ ਜਦ ਤੱਕ ਤੁਸੀਂ ਮਤਲਬ ਘਰ ਕੀਤੇ ਹੋਏ ਟੈਸਟਾਂ ਦੇ ਵਿੱਚੋਂ ਮਤਲਬ ਗਲਤੀਆਂ ਦੂਰ ਨਹੀਂ ਕਰ ਲੈਂਦੇ ਪੂਰੀ ਤਰੀਕੇ ਨਾਲ, ਟੈਸਟ ਦੇਣ ਲਈ ਨਾ ਜਾਓ ਜੀ। ਠੀਕ ਹੈ ਜੀ। ਅੱਗੇ ਜੀ ਇੱਕ ਆਪਣੇ ਕੋਲ ਹੈਗਾ ਵਾ ਕੁਐਸਚਨ, ਸਤਿ ਸ਼੍ਰੀ ਅਕਾਲ ਵੀਰ ਜੀ, ਟੋਟਲ ਕਿੰਨੇ ਲੈਸਨ ਨੇ? ਤਾਂ ਜੀ ਹੁਣ ਤੱਕ ਮਤਲਬ ਇਸ ਟਾਈਮ ਆਪਣੇ ਕੋਲ ਐਪ ਦੇ ਵਿੱਚ 75 ਲੈਸਨ ਹੈਗੇ ਆ, ਲੇਕਿਨ ਜਦ ਤੱਕ ਆਪਾਂ ਸਾਰੀਆਂ ਵੀਡੀਓਜ਼ ਅਪਲੋਡ ਕਰਾਂਗੇ ਉਹ 6 ਮਹੀਨੇ ਲੱਗ ਸਕਦੇ ਆ। ਤਾਂ ਉਸ ਟਾਈਮ ਦੇ ਦੌਰਾਨ 4-5 ਟੈਸਟ ਹੋਰ ਐਡ ਹੋ ਜਾਣੇ, ਤਾਂ ਤੁਸੀਂ 80 ਦੇ ਕਰੀਬ ਲੈਸਨ ਲੈ ਕੇ ਚੱਲੋ ਜੀ। ਠੀਕ ਹੈ ਜੀ। ਅੱਗੇ ਜੀ ਇੱਕ ਰਵਨੀਤ ਕੌਰ ਜੀ ਦਾ ਆਇਆ ਮੈਸੇਜ, ਵਾਓ ਵੈਰੀ ਨਾਈਸ ਯੂ ਆਰ ਹੈਲਪਿੰਗ ਪੀਪਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਗੇ ਉਹ ਇੰਗਲਿਸ਼ 'ਚ ਲਿਖਦੇ ਹੋ, ਮੈਂ ਤੁਹਾਨੂੰ ਪੰਜਾਬੀ 'ਚ ਦੱਸ ਦਿੰਦਾ ਵਾਂ। ਉਹ ਕਹਿੰਦੇ ਕਿ ਜਿਹੜੇ ਵੀ ਵੀਡੀਓਜ਼ ਨੂੰ ਦੇਖ ਰਹੇ ਆ ਜਾਂ ਜਿਹੜੇ ਵੀ ਲਾਇਸੈਂਸ ਕਰ ਰਹੇ ਉਹਨਾਂ ਨੂੰ ਦੱਸਿਆ ਜਾਵੇ ਕਿ ਐਪ ਦੇ ਵਿੱਚ ਇੱਕੋ ਹੀ ਕੁਐਸਚਨ ਨੂੰ ਵਾਰ-ਵਾਰ ਹੋਰ ਤਰੀਕੇ ਨਾਲ ਪੁੱਛਿਆ ਜਾਂਦਾ ਹੈ, ਬਟ ਆਨਸਰ ਤਕਰੀਬਨ ਸੇਮ ਹੀ ਹੁੰਦਾ ਹੈ ਜੀ। ਤਾਂ ਉਹਨਾਂ ਵੱਲ ਇੱਕ ਬਹੁਤ ਹੀ ਵਧੀਆ ਗੱਲ ਦੱਸੀ ਗਈ ਆ ਕਿ ਸਾਨੂੰ ਕਈ ਵਾਰੀ ਕਿ ਕੁਐਸਚਨ ਲੱਗਦਾ ਕਿ ਬਹੁਤ ਜ਼ਿਆਦਾ ਵਾ, ਲੇਕਿਨ 20 ਤੋਂ 25% ਜਿਹੜੇ ਕੁਐਸਚਨ ਹੈਗੇ ਆ ਮੇਰੇ ਆਈਡੀਆ ਦੇ ਨਾਲ ਵੀ ਰਿਪੀਟ ਕੀਤੇ ਜਾਂਦੇ ਆ, ਲੇਕਿਨ ਥੋੜ੍ਹਾ ਬਹੁਤ ਉਹਨੂੰ ਅਲੱਗ ਤਰੀਕੇ ਨਾਲ ਪੁੱਛਿਆ ਜਾਂਦਾ ਜੀ ਕੁਐਸਚਨ ਨੂੰ, ਤਾਂ ਕਿ ਤੁਹਾਨੂੰ ਕਨਫਿਊਜ਼ ਕੀਤਾ ਜਾ ਸਕੇ। ਠੀਕ ਹੈ ਜੀ। ਅੱਗੇ ਜੀ ਇੱਕ ਆਪਣੇ ਕੋਲ ਕੁਐਸਚਨ ਹੈ ਵਿੱਕੀ ਅਰੋੜਾ ਜੀ ਦਾ ਕਿ ਭਾਜੀ 5 ਨੰਬਰ ਵਾਲਾ ਸਮਝਾਉਣਾ ਪਲੀਜ਼, ਕਾਰ ਇਨ ਸਟ੍ਰੈਚ ਰੋਡ ਵਾਲਾ। ਕੁਐਸਚਨ 5 ਨੰਬਰ ਦੇ ਵਿੱਚ ਕਾਰ ਇਨ ਸਟ੍ਰੈਚ ਵਰਗੀ ਕੋਈ ਵਰਡਿੰਗ ਨਹੀਂ ਸੀਗੀ ਜਿਹੜੀ ਵੀਡੀਓ ਥੱਲੇ ਇਹਨਾਂ ਨੇ ਕਮੈਂਟ ਕੀਤਾ, ਲੇਕਿਨ ਫਿਰ ਵੀ ਆਪਾਂ ਇਸ ਵੀਡੀਓ ਦਾ 5 ਨੰਬਰ ਕੁਐਸਚਨ ਸਮਝਾ ਦਿੰਦੇ ਹਾਂ। ਉਹ ਕਹਿ ਰਿਹਾ ਕਿ ਯੂਜ਼ਿੰਗ ਅ ਮੋਬਾਈਲ ਫੋਨ ਵਾਈਲ ਡਰਾਈਵਿੰਗ ਮੇਕਸ ਦਾ ਰਿਸਕ ਆਫ ਐਕਸੀਡੈਂਟ, ਕਿ ਜਿਹੜਾ ਤੁਸੀਂ ਮੋਬਾਈਲ ਫੋਨ ਯੂਜ਼ ਕਰਦੇ ਹੋ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਵਾਈਲ ਡਰਾਈਵਿੰਗ ਮੇਕਸ ਦਾ ਰਿਸਕ ਆਫ ਐਕਸੀਡੈਂਟ, ਕਿ ਉਹ ਮਤਲਬ ਤੁਹਾਡੇ ਐਕਸੀਡੈਂਟ ਦੇ ਰਿਸਕ ਨੂੰ ਬਣਾ ਦਿੰਦਾ ਹੈ। ਕੀ ਚੀਜ਼ ਕਹਿ ਰਿਹਾ ਉਹਦੇ ਆਪਸ਼ਨ ਦੇ ਵਿੱਚ? ਇਹਦੇ ਵਿੱਚ ਕਹਿ ਰਿਹਾ ਗ੍ਰੇਟਰ ਦੈਨ ਇਫ ਇਟ ਇਜ਼ ਨਾਟ ਯੂਜ਼ਡ, ਬੀ ਹੈ ਜੀ ਦਾ ਸੇਮ ਐਜ਼ ਇਫ ਇਟ ਇਜ਼ ਨਾਟ ਯੂਜ਼ਡ, ਅਤੇ ਸੀ ਹੈਗਾ ਲੈਸ ਦੈਨ ਇਫ ਨਾਟ ਯੂਜ਼ਡ। ਅਤੇ ਇਹਦਾ ਆਨਸਰ ਹੈਗਾ ਜੀ ਆਪਣੇ ਕੋਲ ਆਪਸ਼ਨ ਏ ਵਾਲਾ ਕਿ ਗ੍ਰੇਟਰ, ਕਿ ਹੋਰ ਜ਼ਿਆਦਾ ਵਧਾ ਦਿੰਦਾ ਤੁਹਾਡਾ ਰਿਸਕ, ਦੈਨ ਇਫ ਇਟ ਇਜ਼ ਨਾਟ ਯੂਜ਼, ਅਗਰ ਤੁਸੀਂ ਯੂਜ਼ ਨਹੀਂ ਕਰਦੇ ਉਸ ਦੇ ਮੁਕਾਬਲੇ ਦੇ ਵਿੱਚ। ਠੀਕ ਹੈ ਜੀ। ਅਤੇ ਜੀ ਉਸ ਤੋਂ ਬਾਅਦ ਜੀ ਇੱਕ ਬੜਾ ਅੱਛਾ ਕੁਐਸਚਨ ਕੀਤਾ ਜੀ, ਇੱਕ ਕਾਫੀ ਸਟੂਡੈਂਟਸ ਦਾ ਮਤਲਬ ਇਸ 'ਚ ਇੱਕ ਕੁਐਸਚਨ ਸੀ ਹੈਗਾ ਵਾ ਕਿ ਸ਼ੋਲਡਰ ਕੀ ਹੁੰਦੇ ਜੀ? ਰਾਜਾ ਜੀ ਪੁੱਛ ਰਹੇ ਨੇ ਸ਼ੋਲਡਰ ਕੀ ਹੁੰਦੇ ਆ ਜੀ। ਤਾਂ ਜੀ ਸ਼ੋਲਡਰ ਮੈਂ ਤੁਹਾਨੂੰ ਇੱਕ ਫੋਟੋ ਦੇ ਨਾਲ ਸਮਝਾਉਣਾ ਚਾਹਾਂਗਾ। ਆਹ ਫੋਟੋ ਹੈ ਜੀ ਆਪਣੇ ਕੋਲ, ਇਸ ਦੇ ਸੱਜੇ ਹੱਥ ਜਿਹੜੀ ਪੱਟੀ ਹੈ ਜੀ, ਸੱਜੇ ਹੱਥ ਜਿਹੜੀ ਬਿਲਕੁਲ ਪੱਟੀ ਹੈ ਚਿੱਟੇ ਰੰਗ ਦੀ, ਉਸ ਪੱਟੀ ਤੋਂ ਬਾਹਰ ਵਾਲਾ ਹਿੱਸਾ, ਅਤੇ ਉਸ ਤੋਂ ਬਾਅਦ ਜੀ ਥੋੜ੍ਹੀ ਦੇਰ ਬਾਅਦ ਜਿਹੜੀ ਰੇਲਿੰਗ ਸ਼ੁਰੂ ਹੋ ਜਾਂਦੀ ਹੈ, ਉਹ ਰੇਲਿੰਗ ਦੇ ਅੰਦਰ ਵਾਲਾ ਹਿੱਸਾ ਜਿੱਥੇ ਮਤਲਬ ਥੋੜ੍ਹਾ ਜਿਹਾ ਘਾਹ ਵੀ ਲੱਗਾ ਹੋਇਆ ਹੈ, ਤਾਂ ਉਹ ਜਿਹੜੀ ਜਗ੍ਹਾ ਵਾ ਉਸ ਜਗ੍ਹਾ ਨੂੰ ਸ਼ੋਲਡਰ ਕਿਹਾ ਜਾਂਦਾ ਹੈ ਜੀ। ਠੀਕ ਹੈ ਜੀ। ਤਾਂ ਆਈ ਥਿੰਕ ਤੁਹਾਡਾ ਇੰਨਾ ਕੁ ਕੁਐਸਚਨ ਸੀਗਾ, ਮਤਲਬ ਮੈਂ ਤਾਂ ਹੀ ਮੈਂ ਫੋਟੋ ਦਿਖਾ ਕੇ ਕਲੀਅਰ ਕੀਤਾ ਕਿ ਅਗਰ ਮੈਂ ਸਮਝਾਵਾਂਗਾ ਤਾਂ ਸਮਝਾਉਣ ਵਿੱਚ ਸ਼ਾਇਦ ਮੇ ਵੀ ਥੋੜ੍ਹੀ ਬਹੁਤ ਤੁਹਾਨੂੰ ਸਮਝਣ 'ਚ ਦਿੱਕਤ ਆਵੇ, ਇਸ ਕਰਕੇ ਮੈਂ ਫੋਟੋ ਦੇ ਰਾਹੀਂ ਸਮਝਾ ਰਿਹਾ ਜੀ। ਠੀਕ ਹੈ ਜੀ। ਅਤੇ ਜੀ ਚੱਲਦੇ ਹਾਂ ਜੀ ਆਪਣੇ ਅੱਜ ਦੇ ਟੈਸਟ ਵੱਲ ਜੀ। ਅਤੇ ਆਪਣੇ ਕੋਲ ਫਸਟ ਕੁਐਸਚਨ ਹੈ ਜੀ, ਮਸਟ ਯੂ ਨੋਟ ਆਈਡੈਂਟੀਫਾਈ ਯੂਅਰ ਸੈਲਫ, ਕਿ ਕੀ ਤੁਹਾਨੂੰ ਆਪਣੇ ਆਪ ਬਾਰੇ ਦੱਸਣਾ ਚਾਹੀਦਾ ਹੈ ਟੂ ਦਾ ਐਮਰਜੈਂਸੀ ਸਰਵਿਸਿਜ਼। ਐਮਰਜੈਂਸੀ ਸਰਵਿਸ ਹੈਗੀਆਂ ਜਿਹੜੀਆਂ ਮਤਲਬ ਕਿ ਐਂਬੂਲੈਂਸ ਹੋ ਗਈ ਚਾਹੇ ਪੁਲਿਸ ਹੋ ਗਈ, ਵੈਨ ਰਿਪੋਰਟਿੰਗ ਐਨ ਐਕਸੀਡੈਂਟ, ਜਦੋਂ ਕਿ ਤੁਸੀਂ ਐਕਸੀਡੈਂਟ ਬਾਰੇ ਰਿਪੋਰਟ ਕਰ ਰਹੇ ਹੋਵੋ, ਆਪਣੇ ਬਾਰੇ ਤੁਹਾਨੂੰ ਦੱਸਣਾ ਚਾਹੀਦਾ।
ਇਹਦੇ ਵਿੱਚ ਹੈ ਜੀ ਕਹਿ ਰਿਹਾ ਯੈਸ ਵਿਦ ਯੋਰ ਰਜਿਸਟ੍ਰੇਸ਼ਨ ਨੰਬਰ, ਬੀ ਹੈ ਜੀ ਯੈਸ ਵਿਦ ਯੋਰ ਪਰਸਨਲ ਡਿਟੇਲਸ, ਅਤੇ ਸੀ ਹੈਗਾ ਜੀ ਨੋ ਦਿਸ ਇਜ਼ ਨਾਟ ਨੈਸੈਸਰੀ। ਅਤੇ ਇਹਦਾ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਜੀ, ਕਿ ਹਾਂ ਸਾਨੂੰ ਦੱਸਣਾ ਚਾਹੀਦਾ ਹੈ ਵਿਦ ਸਾਡੀਆਂ ਜਿਹੜੀਆਂ ਪਰਸਨਲ ਡਿਟੇਲਸ ਹੈਗੀਆਂ, ਮਤਲਬ ਸਾਡਾ ਨਾਮ, ਸਾਡੇ ID ਦਾ ਨੰਬਰ ਵਗੈਰਾ ਦੇ ਨਾਲ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 2 ਨੰਬਰ ਕੁਐਸਚਨ ਕਹਿ ਰਿਹਾ ਜੀ ਵੈਨ ਮਸਟ ਅ ਮੋਟਰਸਾਈਕਲ ਗੋ ਥਰੂ ਇਟਸ ਫਸਟ ਪੀਰੀਓਡਿਕਲ ਟੈਕਨੀਕਲ ਇੰਸਪੈਕਸ਼ਨ, ਕਿ ਇੱਕ ਜਿਹੜਾ ਮੋਟਰਸਾਈਕਲ ਹੈ ਉਹਨੂੰ ਕਦੋਂ ਆਪਣੀ ਪਹਿਲੀ ਪੀਰੀਓਡਿਕ ਟੈਕਨੀਕਲ ਇੰਸਪੈਕਸ਼ਨ, ਮਤਲਬ ਕਿ ਜਿਹੜੀ ITV ਹੁੰਦੀ ਹੈ ਉਹਦੇ ਲਈ ਕਦੋਂ ਜਾਣਾ ਚਾਹੀਦਾ ਪਹਿਲੀ ਵਾਰ ਜੀ ਆਪਣੀ ਇੰਸਪੈਕਸ਼ਨ ਦੇ ਲਈ। ਇਹਦੇ ਵਿੱਚ ਕਹਿ ਰਿਹਾ ਜੀ ਵੈਨ ਇਟ ਇਜ਼ 4 years old ਫॉर ਇੰਜਨ ਡਿਸਪਲੇਸਮੈਂਟ ਐਕਸੀਡਿੰਗ 125 cubic centimeters, ਬੀ ਹੈ ਜੀ ਵੈਨ ਇਟ ਇਜ਼ 4 years old, ਅਤੇ ਸੀ ਹੈ ਜੀ ਵੈਨ ਇਟ ਇਜ਼ 6 years old। ਅਤੇ ਇਹ ਰੂਲ ਹੈ ਜੀ ਇਹਦਾ ਕਿ ਜਦੋਂ ਮੋਟਰਸਾਈਕਲ 4 ਸਾਲ ਪੁਰਾਣਾ ਹੋ ਜਾਏਗਾ ਫਸਟ ਰਜਿਸਟ੍ਰੇਸ਼ਨ ਤੋਂ ਬਾਅਦ, ਤਾਂ ਉਹ ਆਪਣੀ ਟੈਕਨੀਕਲ ਇੰਸਪੈਕਸ਼ਨ ਵਾਸਤੇ ਜਾਏਗਾ ਜੀ। ਤਾਂ ਇਸ ਨਾਲ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ, ਕਿ ਵੈਨ ਇਟ ਇਜ਼ 4 years old। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 3 ਨੰਬਰ ਕੁਐਸਚਨ ਕਹਿ ਰਿਹਾ ਜੀ ਵਾਟ ਸ਼ੁੱਡ ਆ ਰੋਡ ਯੂਜ਼ਰ ਇਨਵੋਲਵਡ, ਕਿ ਇੱਕ ਰੋਡ ਯੂਜ਼ਰ ਮਤਲਬ ਕੋਈ ਵੀ ਜਿਹੜਾ ਰੋਡ ਨੂੰ ਵਰਤ ਰਿਹਾ ਵਾ ਉਹ ਰੋਡ ਯੂਜ਼ਰ 'ਚ ਆਏਗਾ ਜੀ। ਇਨਵੋਲਵਡ ਇਨ ਟ੍ਰੈਫਿਕ ਐਕਸੀਡੈਂਟ, ਅਤੇ ਉਹ ਸ਼ਾਮਿਲ ਹੈਗਾ ਵਾ ਟ੍ਰੈਫਿਕ ਐਕਸੀਡੈਂਟ ਦੇ ਵਿੱਚ, ਉਹਨੂੰ ਕੀ ਕਰਨਾ ਚਾਹੀਦਾ। ਇੱਥੇ ਪੁਆਇੰਟ ਯਾਦ ਰੱਖਣਾ ਜੀ ਕਿ ਉਹ ਟ੍ਰੈਫਿਕ ਐਕਸੀਡੈਂਟ ਦੇ ਵਿੱਚ ਸ਼ਾਮਿਲ ਹੈਗਾ ਵਾ ਕਿਸੇ ਵੀ ਤਰੀਕੇ ਨਾਲ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਨੋਟੀਫਾਈ ਅਥਾਰਟੀਜ਼ ਵਿਦ ਦਾ ਨੇਮਸ ਐਂਡ ਪਰਸਨਲ ਡਿਟੇਲਸ ਆਫ ਦੋਜ਼ ਇਨਵੋਲਵ ਇਨ ਦਾ ਐਕਸੀਡੈਂਟ, ਬੀ ਹੈ ਜੀ ਮੂਵ ਦਾ ਇੰਜਰਡ ਇਨਟੂ ਦੇਅਰ ਵਹੀਕਲ ਇਮੀਡੀਏਟਲੀ ਵਿਦਆਊਟ ਵੇਟਿੰਗ ਫॉर ਹੈਲਥ ਸਰਵਿਸਿਜ਼, ਅਤੇ ਸੀ ਹੈ ਜੀ ਕਾਲ ਦਾ ਅਥਾਰਟੀਜ਼ ਐਂਡ ਟਰਾਈ ਟੂ ਗੈਟ ਥਿੰਗਸ ਬੈਕ ਟੂ ਨੋਰਮਲ ਜੀ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਸਾਨੂੰ ਨੋਟੀਫਾਈ ਅਥਾਰਟੀ ਮਤਲਬ ਕਿ ਸਾਨੂੰ ਜਿਹੜੀ ਅਥਾਰਟੀਜ਼ ਹੈਗੀਆਂ ਫਿਰ ਚਾਹੇ ਉਹ ਪੁਲਿਸ ਹੈ ਜਾਂ ਫਿਰ ਐਂਬੂਲੈਂਸ ਹੈ ਉਹਨਾਂ ਨੂੰ ਮਤਲਬ ਦੱਸਣਾ ਚਾਹੀਦਾ ਵਿਦ ਦਾ ਨੇਮਸ ਨਾਮ ਦੇ ਨਾਲ ਐਂਡ ਪਰਸਨਲ ਡਿਟੇਲਸ, ਔਰ ਬਾਕੀ ਦੀ ਜਿਹੜੀਆਂ ਪਰਸਨਲ ਡਿਟੇਲ ਹੈਗੀਆਂ ਵਾ ਆਫ ਦੋਜ਼ ਇਨਵੋਲਵ ਇਨ ਦਾ ਐਕਸੀਡੈਂਟ, ਜਿਹੜੇ ਵੀ ਸ਼ਾਮਿਲ ਹੈਗੇ ਆ ਐਕਸੀਡੈਂਟ ਦੇ ਵਿੱਚ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਅਤੇ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 4 ਨੰਬਰ ਕੁਐਸਚਨ ਆਪਾਂ ਨੂੰ ਕਹਿ ਰਿਹਾ ਜੀ ਕੈਨ ਐਲਕੋਹਲ ਡਿਕਰੀਜ਼ ਦਾ ਡਰਾਈਵਰਸ ਫੀਲਡ ਆਫ ਵਿਜ਼ਨ, ਉਹ ਕਹਿ ਰਿਹਾ ਕਿ ਜਿਹੜੀ ਅਲਕੋਹਲ ਆ ਸ਼ਰਾਬ ਹੈ ਡਿਕਰੀਜ਼ ਘਟਾਉਂਦੀ ਹੈ ਦਾ ਡਰਾਈਵਰਸ ਫੀਲਡ ਆਫ ਵਿਜ਼ਨ, ਕਿ ਜਿਹੜੀ ਡਰਾਈਵਰ ਦੀ ਦੇਖਣ ਦੀ ਸ਼ਮਤਾ ਹੁੰਦੀ ਹੈ ਉਸ ਨੂੰ ਘਟਾ ਦਿੰਦੀ ਹੈ, ਮਤਲਬ ਉਹਦੀ ਨਜ਼ਰ ਦੇ ਨੂੰ ਮਤਲਬ ਨਜ਼ਰ ਦੀ ਸ਼ਕਤੀ ਹੁੰਦੀ ਹੈ ਉਹਨੂੰ ਘਟਾ ਦਿੰਦੀ ਹੈ। ਆਪਸ਼ਨ ਏ ਹੈ ਜੀ ਓਨਲੀ ਵੈਨ ਦੇ ਡਰਾਈਵ ਐਟ ਨਾਈਟ, ਬੀ ਹੈ ਜੀ ਯੈਸ, ਅਤੇ ਸੀ ਹੈਗਾ ਜੀ ਨੋ। ਅਤੇ ਇਹਦਾ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਜੀ, ਕਿ ਹਾਂ ਸ਼ਰਾਬ ਤੋਂ ਬਾਅਦ ਇਹ ਘਟ ਜਾਂਦੀ ਹੈ ਜੀ। 5 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ ਔਨ ਅ ਵਨ ਵੇ ਰੋਡ, ਕਿ ਇੱਕ ਵਨ ਵੇ ਰੋਡ ਆ ਮਤਲਬ ਇੱਕ ਪਾਸੇ ਟ੍ਰੈਫਿਕ ਜਾ ਰਿਹਾ, ਹਾਊ ਸ਼ੁੱਡ ਯੂ ਪਲੇਸ ਹੈਜ਼ਰਡ ਟਰਾਈਐਂਗਲ ਸਾਈਨਸ, ਜਿਹੜਾ ਆਪਾਂ ਸਾਈਨ ਦੇਖ ਰਹੇ ਹਾਂ ਇਹਨੂੰ ਹੈਜ਼ਰਡ ਟਰਾਈਐਂਗਲ ਸਾਈਨ ਬੋਲਦੇ ਆ। ਤਾਂ ਉਹ ਕਹਿੰਦਾ ਤੁਹਾਨੂੰ ਇਹ ਕਿੱਥੇ ਪਲੇਸ ਕਰਨਾ ਚਾਹੀਦਾ ਔਰ ਕਿੱਦਾਂ ਪਲੇਸ ਕਰਨਾ ਚਾਹੀਦਾ, ਦੋਵੇਂ ਚੀਜ਼ਾਂ ਹੀ ਕਹਿ ਰਿਹਾ ਉਹ। ਅਤੇ ਆਪਸ਼ਨ ਏ ਹੈ ਜੀ 1 ਇਨ ਫਰੰਟ ਆਫ ਐਂਡ ਦਾ ਅਦਰ ਬਿਹਾਈਂਡ ਦਾ ਵਹੀਕਲ 50 ਮੀਟਰਸ ਅਵੇ, ਬੀ ਹੈ ਜੀ 1 ਬਿਹਾਈਂਡ ਦਾ ਵਹੀਕਲ ਐਟ ਲੀਸਟ 50 ਮੀਟਰਸ ਅਵੇ, ਅਤੇ ਸੀ ਹੈਗਾ ਜੀ 2 ਬਿਹਾਈਂਡ ਦਾ ਵਹੀਕਲ 50 ਮੀਟਰਸ ਅਪਾਰਟ। ਅਤੇ ਇਹਦਾ ਆਪਣੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ, ਕਿ 1 ਬਿਹਾਈਂਡ ਦਾ ਵਹੀਕਲ ਇੱਕ ਸਾਨੂੰ ਸਿਰਫ ਗੱਡੀ ਦੇ ਪਿੱਛੇ ਰੱਖਣੀ ਚਾਹੀਦੀ ਹੈ ਜਿਹੜੀ ਕਿ 50 ਮੀਟਰ ਦੀ ਦੂਰੀ 'ਤੇ ਹੋਵੇ ਜੀ, 50 ਮੀਟਰਸ ਅਵੇ ਹੋਵੇ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। ਇਨ ਅ ਟਨਲ ਵਾਟ, ਇੱਕ ਟਨਲ ਦੇ ਵਿੱਚ ਤੁਸੀਂ ਹੈਗੇ ਹੋ, ਵਾਟ ਡਿਸਟੈਂਸ ਕੀ ਦੂਰੀ ਮਸਟ ਦਾ ਡਰਾਈਵਰ ਆਫ ਏ ਮੋਟਰਸਾਈਕਲ, ਇੱਕ ਮੋਟਰਸਾਈਕਲ ਦੇ ਡਰਾਈਵਰ ਨੂੰ ਕੀ ਦੂਰੀ ਚਾਹੀਦੀ ਹੈ ਲੀਵ ਬਿਹਾਈਂਡ ਪਿੱਛੇ ਛੱਡਣੀ, ਦਾ ਵਹੀਕਲ ਇਨ ਫਰੰਟ ਜਿਹੜਾ ਕਿ ਉਹਦੇ ਫਰੰਟ ਵਿੱਚ ਇੱਕ ਵਹੀਕਲ ਹੈਗਾ, ਸ਼ੁੱਡ ਦੇ ਨਾਟ ਵਾਂਟ ਟੂ ਓਵਰਟੇਕ ਇਟ ਜਿਸ ਨੂੰ ਕਿ ਉਹ ਓਵਰਟੇਕ ਨਹੀਂ ਕਰਨਾ ਚਾਹ ਰਿਹਾ ਅਜੇ ਤੱਕ, ਤਾਂ ਉਹਨੂੰ ਕੀ ਦੂਰੀ ਰੱਖਣੀ ਚਾਹੀਦੀ ਹੈ ਜੀ। ਆਪਸ਼ਨ ਏ ਹੈ ਜੀ ਐਟ ਲੀਸਟ 150 ਮੀਟਰਸ, ਬੀ ਹੈ ਜੀ ਐਟ ਲੀਸਟ 100 ਮੀਟਰਸ, ਅਤੇ ਸੀ ਹੈ ਜੀ ਐਟ ਲੀਸਟ 50 ਮੀਟਰਸ ਜੀ।
ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ, ਕਿ ਘੱਟ ਤੋਂ ਘੱਟ 100 ਮੀਟਰ ਦੀ ਦੂਰੀ ਮੋਟਰਸਾਈਕਲ ਵਾਲੇ ਨੂੰ ਰੱਖਣੀ ਪਏਗੀ ਜੀ। ਇਹੀ ਰੂਲ ਗੱਡੀ ਵਾਸਤੇ ਵੀ ਹੈਗਾ ਜੀ। ਅਗਰ ਉਹ ਟਨਲ ਦੇ ਵਿੱਚ ਹੈ, ਅਗਰ ਔਰ ਓਵਰਟੇਕ ਨਹੀਂ ਕਰਨਾ ਚਾਹੁੰਦੀ ਤਾਂ ਉਹਨੂੰ 100 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। ਵਾਟ ਡਜ਼ ਦਿਸ ਸਾਈਨ ਮੀਨ? ਸਿੰਪਲੀ ਆਪਾਂ ਨੂੰ ਇਹ ਸਾਈਨ ਦਿੱਤਾ ਗਿਆ ਅਤੇ ਪੁੱਛਿਆ ਗਿਆ ਇਹ ਸਾਈਨ ਕੀ ਦੱਸ ਰਿਹਾ ਜੀ। ਆਪਸ਼ਨ ਏ ਕਹਿ ਰਿਹਾ ਜੀ ਦਾ ਰੂਟ ਅਲੋਂਗ ਦਾ ਲੈਫਟ ਹੈਂਡ ਬ੍ਰਾਂਚ ਹੈਜ਼ ਰਾਈਟ ਆਫ ਵੇ। ਬੀ ਹੈ ਜੀ ਦਾ ਰੂਟ ਸਟ੍ਰੇਟ ਅਹੈਡ ਹੈਜ਼ ਰਾਈਟ ਆਫ ਵੇ। ਅਤੇ ਸੀ ਹੈ ਜੀ ਦਾ ਰੂਟ ਅਲੋਂਗ ਦਾ ਰਾਈਟ ਹੈਂਡ ਬ੍ਰਾਂਚ ਹੈਜ਼ ਰਾਈਟ ਆਫ ਵੇ। ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਦਾ ਰੂਟ ਅਲੋਂਗ ਦਾ ਲੈਫਟ, ਕਿ ਜਿਹੜਾ ਰੂਟ ਜਾ ਰਿਹਾ ਵਾ, ਇੱਕ ਰਸਤਾ ਜਾ ਰਿਹਾ ਵਾ ਲੈਫਟ ਹੈਂਡ ਨੂੰ, ਹੈਜ਼ ਰਾਈਟ ਆਫ ਵੇ, ਕਿ ਉਹਦੀ ਪਹਿਲ ਹੈਗੀ ਆ। ਕਿ ਮਤਲਬ ਨਾ ਸੱਜੇ ਤੋਂ ਜਿਹੜਾ ਆਏਗਾ ਉਹਦੀ ਪਹਿਲ ਹੈ, ਨਾ ਜਿਹੜਾ ਸਾਹਮਣੇ ਤੋਂ ਆਏਗਾ ਜਿਹੜਾ ਖੱਬੇ ਨੂੰ ਮੁੜੇਗਾ ਉਹਦੀ ਪਹਿਲ ਆ, ਬਾਕੀਆਂ ਨੂੰ ਰੁਕਣਾ ਪਏਗਾ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਅਗਲੇ ਕੁਐਸਚਨ 'ਤੇ ਜੀ। 8 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ। ਇਜ਼ ਇਟ ਰਾਈਟ ਟੂ ਸਟਾਰਟ ਦਾ ਇੰਜਨ ਵਿਦਆਊਟ ਐਕਸੀਲਰੇਟਿੰਗ? ਉਹ ਕਹਿ ਰਿਹਾ ਕਿ ਠੀਕ ਆ ਕਿ ਇੰਜਨ ਨੂੰ ਸਟਾਰਟ ਕਰਨਾ ਬਿਨਾਂ ਰੇਸ ਦਿੱਤੇ ਤੋਂ। ਐਕਸੀਲੇਟ ਦਾ ਮਤਲਬ ਹੁੰਦਾ ਕਿ ਬਿਨਾਂ ਰੇਸ ਦਿੱਤੇ ਤੋਂ। ਆਪਸ਼ਨ ਏ ਹੈ ਜੀ ਯੈਸ ਬਿਕੋਜ਼ ਐਕਸੀਲੇਟਿੰਗ ਕਾਜ਼ਜ਼ ਐਨ ਅਨਨੈਸੈਸਰੀ ਯੂਜ਼ ਆਫ ਫਿਊਲ। No, B ਹੈ ਜੀ no because the engine circuit may malfunction। ਅਤੇ C ਹੈ ਜੀ no unless the engine is diesel। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਹਾਂ ਕਿਉਂਕਿ ਜਿਹੜੀ ਰੇਸ ਆ ਉਹ ਪੈਦਾ ਕਰਦੀ ਹੈ ਅਨਨੈਸੈਸਰੀ ਮਤਲਬ ਬਿਨਾਂ ਮਤਲਬ ਦਾ ਯੂਜ਼ ਆਫ ਫਿਊਲ, ਕਿ ਬਿਨਾਂ ਮਤਲਬ ਦਾ ਆਪਣੀ ਤੇਲ ਦੀ ਖਪਤ ਹੁੰਦੀ ਹੈ। ਇਸ ਕਰਕੇ ਸਾਨੂੰ ਇੰਜਨ ਨੂੰ ਬਿਨਾਂ ਰੇਸ ਦਿੱਤੇ ਤੋਂ ਸਟਾਰਟ ਕਰਨਾ ਚਾਹੀਦਾ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। ਯੂ ਡਰਾਈਵ ਅ ਪੈਸੇਂਜਰ ਕਾਰ, ਕਿ ਤੁਸੀਂ ਇੱਕ ਆਪਣੀ ਨੋਰਮਲ ਕਾਰ ਚਲਾ ਰਹੇ ਹੋ ਵਿਦ ਦਾ 1 ਐਕਸਲ ਟ੍ਰੇਲਰ, ਜਿਹਦੇ ਪਿੱਛੇ ਕਿ ਇੱਕ 1 ਐਕਸਲ ਵਾਲਾ ਟ੍ਰੇਲਰ ਲੱਗਾ ਹੋਇਆ, ਬੱਗੀ ਵੀ ਆਪਾਂ ਕਹਿ ਦਿੰਦੇ ਉਹਨਾਂ ਨੂੰ। ਅਤੇ ਡਜ਼ ਦਿਸ ਵਰਟੀਕਲ ਸਾਈਨ ਅਫੈਕਟ ਯੂ? ਤਾਂ ਉਹ ਕਹਿ ਰਿਹਾ ਕਿ ਜਿਹੜਾ ਆਪਾਂ ਸਾਈਨ ਦੇਖ ਰਹੇ ਹਾਂ ਫੋਟੋ ਦੇ ਵਿੱਚ, ਕੀ ਇਹ ਤੁਹਾਨੂੰ ਇਫੈਕਟ ਕਰੇਗਾ, ਤੁਹਾਡੇ 'ਤੇ ਅਸਰ ਪਏਗਾ ਇਹਦਾ ਸਾਈਨ ਦਾ? ਆਪਸ਼ਨ ਏ ਹੈ ਜੀ no unless the mm of the trailer exceeds the number indicated on the sign। B ਹੈ ਜੀ yes because I am towing a 1 axle trailer। ਅਤੇ C ਹੈ ਜੀ no। ਅਤੇ ਇਹਦਾ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਜੀ, ਕਿ ਨਹੀਂ ਅਗਰ ਅਸੀਂ 1 ਐਕਸਲ ਇੱਕ ਐਕਸਲ ਵਾਲਾ ਟ੍ਰੇਲਰ ਲੈ ਕੇ ਜਾ ਰਹੇ ਹਾਂ ਤਾਂ ਸਾਨੂੰ ਇਹ ਇਫੈਕਟ ਨਹੀਂ ਕਰੇਗਾ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 10 ਨੰਬਰ ਕੁਐਸਚਨ ਕਹਿ ਰਿਹਾ ਜੀ ਆਪਾਂ ਨੂੰ ਇਫ ਯੂ ਆਰ ਸਟਾਪਡ ਇਨਸਾਈਡ ਅ ਟਨਲ, ਕਿ ਅਗਰ ਤੁਸੀਂ ਇੱਕ ਟਨਲ ਦੇ ਅੰਦਰ ਰੁਕ ਗਏ ਹੋ ਮੋਰ ਦੈਨ 2 ਮਿੰਟਸ 2 ਮਿੰਟ ਤੋਂ ਜ਼ਿਆਦਾ ਦੇ ਲਈ। ਆਪਸ਼ਨ ਏ ਹੈ ਜੀ ਕਿ ਯੂ ਮਸਟ ਟਰਨ ਔਨ ਦਾ ਐਮਰਜੈਂਸੀ ਲਾਈਟਸ। ਬੀ ਹੈ ਜੀ ਯੂ ਮਸਟ ਟਰਨ ਆਫ ਦਾ ਇੰਜਨ ਐਂਡ ਲੀਵ ਦਾ ਪੋਜੀਸ਼ਨ ਲਾਈਟਸ ਔਨ। ਅਤੇ ਸੀ ਹੈਗਾ ਜੀ ਯੂ ਮਸਟ ਟਰਨ ਆਫ ਦਾ ਇੰਜਨ ਐਂਡ ਲਾਈਟਸ। ਅਤੇ ਇਹਦਾ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਜੀ, ਕਿ ਸਾਨੂੰ ਟਰਨ ਆਫ ਦਾ ਇੰਜਨ, ਕਿ ਇੰਜਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਐਂਡ ਲੀਵ ਦਾ ਪੋਜੀਸ਼ਨ ਲਾਈਟਸ ਔਨ। ਅਤੇ ਜਿਹੜੀਆਂ ਪੋਜੀਸ਼ਨ ਲਾਈਟਸ ਹੁੰਦੀਆਂ ਵਾ ਆਪਣੀ ਗੱਡੀ ਦੀਆਂ ਉਹਨੂੰ ਔਨ ਕਰ ਦੇਣਾ ਚਾਹੀਦਾ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਅਗਲੇ ਕੁਐਸਚਨ 'ਤੇ। 11 ਨੰਬਰ ਕੁਐਸਚਨ ਹੈ ਜੀ ਵਾਟ ਇਜ਼ ਦਾ ਡੈਕਲੇਰੇਸ਼ਨ ਲੇਨ ਫॉर? ਕਿ ਜਿਹੜੀ ਰੋਡ ਦੇ ਉੱਪਰ, ਹਾਈਵੇ ਦੇ ਉੱਪਰ ਜਾਂ ਮੋਟਰਵੇ ਦੇ ਉੱਪਰ ਜਾਂ ਡਿਊਲ ਕੈਰੇਜ ਦੇ ਉੱਪਰ ਡੈਕਲੇਰੇਸ਼ਨ ਲੇਨ ਹੁੰਦੀ ਆ, ਉਹ ਕਾਹਦੇ ਲਈ ਹੁੰਦੀ ਹੈ ਜੀ? ਆਪਸ਼ਨ ਏ ਹੈ ਜੀ ਟੂ ਓਵਰਟੇਕ ਔਨ ਦਾ ਰਾਈਟ। ਬੀ ਹੈ ਜੀ ਟੂ ਰਿਡਿਊਸ ਯੂਅਰ ਸਪੀਡ ਵੈਨ ਯੂ ਲੀਵ ਦਾ ਮੋਟਰਵੇ। ਅਤੇ ਸੀ ਹੈ ਜੀ ਫॉर ਸਲੋ ਮੂਵਿੰਗ ਵਹੀਕਲਸ ਟੂ ਡਰਾਈਵ ਇਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਇਹ ਜਿਹੜੀ ਲੇਨ ਹੈ ਸਾਡੇ ਲਈ ਉਹ ਹੈਗੀ ਆ ਰਿਡਿਊਸ ਕਰਨ ਲਈ, ਮਤਲਬ ਸਪੀਡ ਨੂੰ ਘਟਾਉਣ ਲਈ। ਵੈਨ ਯੂ ਲੀਵ ਦਾ ਮੋਟਰਵੇ, ਵੈਨ ਕਿ ਜਦੋਂ ਤੁਸੀਂ ਮੋਟਰਵੇ ਨੂੰ ਛੱਡਦੇ ਹੋ ਤਾਂ ਉਸ
ਥਾਂ 'ਤੇ ਆਪਣੀ ਸਪੀਡ ਨੂੰ ਘਟਾਉਣ ਲਈ ਇਹ ਲੇਨ ਵਰਤੀ ਜਾਂਦੀ ਹੈ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਅਗਲੇ ਕੁਐਸਚਨ 'ਤੇ। ਦਿਸ ਸਾਈਨ ਇੰਡੀਕੇਟਸ, ਸਿੰਪਲੀ ਆਪਾਂ ਨੂੰ ਆਹ ਸਾਈਨ ਦਿੱਤਾ ਹੋਇਆ ਅਤੇ ਪੁੱਛਿਆ ਗਿਆ ਹੈ ਕੀ ਦੱਸ ਰਿਹਾ ਹੈ। ਆਪਸ਼ਨ ਏ ਹੈ ਜੀ ਦੈਟ ਯੂ ਕੈਨ ਨਾਟ ਚੇਂਜ ਲੇਨਸ, ਬੀ ਹੈ ਜੀ ਦੈਟ ਯੂ ਮਸਟ ਡਰਾਈਵ ਇਨ ਦਾ ਡਾਇਰੈਕਸ਼ਨ ਇੰਡੀਕੇਟਡ ਬਾਈ ਦਾ ਐਰੋਜ਼, ਅਤੇ ਸੀ ਹੈ ਜੀ ਦੈਟ ਯੂਰ ਵਹੀਕਲ ਹੈਜ਼ ਪ੍ਰੈਫਰੈਂਸ ਓਵਰ ਦੋਜ਼ ਟਰੈਵਲਿੰਗ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਦੈਟ ਯੂ ਮਸਟ ਡਰਾਈਵ, ਕਿ ਤੁਹਾਨੂੰ ਗੱਡੀ ਚਲਾਉਣੀ ਚਾਹੀਦੀ ਹੈ ਇਨ ਦਾ ਡਾਇਰੈਕਸ਼ਨ, ਉਸ ਦਿਸ਼ਾ ਵੱਲ, ਇੰਡੀਕੇਟਡ ਬਾਈ ਦਾ ਐਰੋਜ਼, ਜਿਹੜੀ ਕਿ ਦੱਸੀ ਗਈ ਹੈ ਐਰੋਜ਼ ਦੇ ਰਾਹੀਂ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। 13 ਨੰਬਰ ਕੁਐਸਚਨ ਹੈ ਜੀ, ਹੂ ਇਜ਼ ਨਾਟ ਰਿਕਵਾਇਰਡ ਟੂ ਯੂਜ਼ ਆ ਸੀਟ ਬੈਲਟ, ਕਿ ਕਿਹਨੂੰ ਜ਼ਰੂਰੀ ਨਹੀਂ ਆ ਸੀਟ ਬੈਲਟ ਵਰਤਣਾ ਐਜ਼ ਆ ਜਨਰਲ ਰੂਲ, ਕਿ ਇੱਕ ਆਮ ਰੂਲ ਕਾਨੂੰਨ ਦੇ ਮੁਤਾਬਿਕ। ਆਪਸ਼ਨ ਏ ਹੈ ਜੀ ਕੈਬ ਡਰਾਈਵਰਸ ਵੈਨ ਦੇ ਆਰ ਇਨ ਸਰਵਿਸ ਔਨ ਐਨ ਅਰਬਨ ਰੋਡ, ਬੀ ਹੈ ਜੀ ਪ੍ਰੈਗਨੈਂਟ ਵੂਮੈਨ, ਅਤੇ ਸੀ ਹੈ ਜੀ ਚਿਲਡਰਨ ਅੰਡਰ 16 ਈਅਰਸ ਓਲਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਜਿਹੜੇ ਕੈਬ ਡਰਾਈਵਰਸ ਹੈਗੇ ਆ ਵੈਨ ਦੇ ਆਰ ਇਨ ਸਰਵਿਸ, ਜਦੋਂ ਮਤਲਬ ਸਰਵਿਸ ਦੇ ਵਿੱਚ ਹੈਗੇ ਆ, ਮਤਲਬ ਕਿ ਉਹ ਕੰਮ ਦੇ ਉੱਪਰ ਹੈਗੇ ਆ, ਕੈਬ ਡਰਾਈਵਰਸ ਹੋ ਗਏ, ਟੈਕਸੀ ਡਰਾਈਵਰ ਆਪਾਂ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ, ਔਨ ਐਨ ਅਰਬਨ ਰੋਡ, ਔਰ ਉਸ ਤੋਂ ਬਾਅਦ ਉਹ ਇੱਕ ਸ਼ਹਿਰੀ ਰੋਡ ਦੇ ਉੱਪਰ ਸਰਵਿਸ ਦੇ ਵਿੱਚ ਹੈਗੇ ਆ, ਉਹਨਾਂ ਨੂੰ ਸੀਟ ਬੈਲਟ ਪਾਉਣ ਤੋਂ ਛੋਟ ਹੈਗੀ ਆ, ਕਿ ਉਹ ਚਾਹਣ ਤਾਂ ਉਹ ਨਾ ਪਾਉਣ, ਤਾਂ ਕੋਈ ਚੱਕਰ ਨਹੀਂ ਹੈ ਜੀ। ਠੀਕ ਹੈ ਜੀ, ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਅਗਲੇ ਕੁਐਸਚਨ 'ਤੇ। 14 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ, ਸ਼ੁੱਡ ਯੂ ਫੈਸਿਲੀਟੇਟ, ਕਿ ਕੀ ਤੁਹਾਨੂੰ ਹੈਲਪ ਕਰਨੀ ਚਾਹੀਦੀ ਹੈ, ਐਂਡ ਯੈਲ ਟੂ ਵਹੀਕਲਸ, ਔਰ ਰਾਹ ਦੇਣਾ ਚਾਹੀਦਾ ਵਹੀਕਲਾਂ ਨੂੰ, ਅਪਰੋਚਿੰਗ ਫਰੋਮ ਯੂਰ ਰਾਈਟ, ਜਿਹੜੇ ਕਿ ਤੁਹਾਡੇ ਸੱਜੇ ਹੱਥ ਤੋਂ ਆ ਰਹੇ ਆ, ਇਫ ਦੇਰ ਇਜ਼ ਨੋ ਸਾਈਨੇਜ, ਅਗਰ ਉੱਥੇ ਕੋਈ ਸਾਈਨ ਨਹੀਂ ਹੈਗਾ, ਇੰਡੀਕੇਟਿੰਗ ਰਾਈਟ ਆਫ ਵੇ, ਜਿਹੜਾ ਕਿ ਦੱਸ ਰਿਹਾ ਵਾ ਕਿ ਕਿਹਦੀ ਪਹਿਲ ਹੈਗੀ ਆ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਯੈਸ ਬਟ ਓਨਲੀ ਬੱਸਿਸ, ਅਤੇ ਬੀ ਹੈ ਜੀ ਯੈਸ ਓਬਲੀਗਾਟੋਰਲੀ, ਸੀ ਹੈ ਜੀ no because vehicles on the main road always take precedence। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਹਾਂ ਓਬਲੀਗੇਟੋਰਲੀ, ਕਿ ਉਹਨਾਂ ਨੂੰ ਜ਼ਰੂਰ ਰਾਹ ਦੇਣਾ ਪਏਗਾ ਜੀ, ਇਹ ਜ਼ਰੂਰੀ ਹੈ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ। ਕੁਐਸਚਨ ਹੈ ਜੀ ਸਾਡੇ ਕੋਲ, ਹਾਊ ਸ਼ੁੱਡ ਆ ਮੋਟਰਸਾਈਕਲ ਡਰਾਈਵਰ ਸਿਗਨਲ ਆ ਲੈਫਟ ਟਰਨ ਮੈਨੂਵਰ, ਕਿ ਜਿਹੜਾ ਇੱਕ ਮੋਟਰਸਾਈਕਲ ਦਾ ਡਰਾਈਵਰ ਹੈ ਉਹਨੇ ਅਗਰ ਆਪਣਾ ਸਿਗਨਲ ਦੇਣਾ ਵਾ ਖੱਬੇ ਹੱਥ ਮੁੜਨ ਦਾ, ਤਾਂ ਉਹਨੂੰ ਕਿੱਦਾਂ ਮਤਲਬ ਇਹ ਸਿਗਨਲ ਦੇਣਾ ਚਾਹੀਦਾ ਹੈ। ਆਪਸ਼ਨ ਏ ਹੈ ਜੀ ਐਕਸਟੈਂਡਿੰਗ ਦਾ ਲੈਫਟ ਆਰਮ ਹੌਰੀਜ਼ੈਂਟਲੀ ਵਿਦ ਦਾ ਪਾਮ ਫੇਸਿੰਗ ਡਾਊਨ, ਬੀ ਹੈ ਜੀ ਵਿਦ ਦਾ ਲੈਫਟ ਆਰਮ ਬੈਂਟ ਅਪਵਰਡ, ਅਤੇ ਸੀ ਹੈ ਜੀ ਵਿਦ ਦਾ ਲੈਫਟ ਆਰਮ ਡਾਊਨਵਰਡ ਐਂਡ ਦਾ ਪਾਮ ਆਫ ਦਾ ਹੈਂਡ ਟੁਵਾਰਡਸ ਦਾ ਬੈਕ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਐਕਸਟੈਂਡਿੰਗ ਦਾ ਲੈਫਟ ਆਰਮ ਹੌਰੀਜ਼ੈਂਟਲੀ, ਕਿ ਉਹਨੂੰ ਜਿਹੜੀ ਆਪਣੀ ਖੱਬੇ ਹੱਥ ਦੀ ਬਾਂਹ ਹੈਗੀ ਹੈ ਉਹ ਹੌਰੀਜ਼ੈਂਟਲੀ, ਮਤਲਬ ਜਿਵੇਂ ਫੋਟੋ 'ਚ ਵੀ ਦੇਖ ਰਹੇ ਹਾਂ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ, ਵਿਦ ਦਾ ਪਾਮ ਫੇਸਿੰਗ ਡਾਊਨ, ਅਤੇ ਜਿਹੜੀ ਉਹਦੀ ਹੱਥ ਦੀ ਹਥੇਲੀ ਹੈ ਉਹਦਾ ਜਿਹੜਾ ਮਤਲਬ ਥੱਲੇ ਨੂੰ ਕਰਕੇ ਹਥੇਲੀ ਨੂੰ ਉਹਨੂੰ ਆਪਣਾ ਇਹ ਸਿਗਨਲ ਦੇਣਾ ਚਾਹੀਦਾ ਜੀ। ਠੀਕ ਹੈ ਜੀ, ਤਾਂ ਇਸ ਦੇ ਨਾਲ ਹੀ ਆਪਾਂ ਇਹ ਵੀਡੀਓ ਇੱਥੇ ਖ਼ਤਮ ਕਰਦੇ ਹਾਂ ਜੀ। ਬਾਕੀ ਦੇ 15 ਕੁਐਸਚਨ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਜੀ। ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ।